ਸਾਡੇ ਇਸ ਲੈਕਚਰ ਦਾ ਟੌਪਿਕ ਹੈ ਪੁਨਰ ਜਾਗਰਣ ਦੇ ਪ੍ਰਭਾਵ। ਪੁਨਰ ਜਾਗਰਣ ਇੱਕ ਬਹੁਪੱਖੀ ਅੰਦੋਲਨ ਸੀ ਜਿਸ ਨੂੰ ਯੂਰਪ ਅਤੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਅਤਿਅੰਤ ਮਹੱਤਵਪੂਰਨ ਅੰਦੋਲਨ ਮੰਨਿਆ ਜਾਂਦਾ ਹੈ। ਇਸ ਨੇ ਲੋਕਾਂ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਉੱਤੇ ਡੂੰਘੇ ਅਤੇ ਚਿਰਸਥਾਈ ਪ੍ਰਭਾਵ ਪਾਏ। ਇਸ ਨੇ ਲੋਕਾਂ ਦੀ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਬਦਲ ਕੇ ਰੱਖ ਦਿੱਤਾ। ਇਹ ਠੀਕ ਹੀ ਕਿਹਾ ਗਿਆ ਹੈ ਕਿ ਪੁਨਰ ਜਾਗਰਣ ਪੱਛਮੀ ਸੱਭਿਅਤਾ ਦੇ ਵਿਕਾਸ ਵਿੱਚ ਯੁੱਗ ਪਲਟਾਊ ਘਟਨਾਵਾਂ ਵਿੱਚੋਂ ਇੱਕ ਹੈ। ਇਸ ਦੇ ਸਿੱਟੇ ਵਜੋਂ ਮੱਧ ਯੁੱਗ ਦੀਆਂ ਪ੍ਰਬਲ ਸੰਸਥਾਵਾਂ ਅਤੇ ਵਿਚਾਰਧਾਰਾਵਾਂ ਦਾ ਪਤਨ ਹੋ ਗਿਆ ਅਤੇ ਉਹਨਾਂ ਦਾ ਸਥਾਨ ਵਿਅਕਤੀਵਾਦ, ਸ਼ੰਕਾਵਾਦ ਅਤੇ ਗਿਆਨ ਉੱਤੇ ਆਧਾਰਿਤ ਆਧੁਨਿਕ ਸੰਸਕ੍ਰਿਤੀ ਨੇ ਲੈ ਲਿਆ। ਹੁਣ ਗੱਲ ਕਰਾਂਗੇ ਅਸੀਂ ਸਮਾਜਿਕ ਅਤੇ ਧਾਰਮਿਕ ਜੀਵਨ ਦੇ ਉੱਤੇ ਪਏ ਪ੍ਰਭਾਵ ਦੀ। ਸਮਾਜਿਕ ਅਤੇ ਧਾਰਮਿਕ ਪ੍ਰਭਾਵ। ਪਹਿਲਾ ਹੈ ਜਗਿਆਸਾ ਦੀ ਭਾਵਨਾ। ਪੁਨਰ ਜਾਗਰਣ ਦੀ ਆਧੁਨਿਕ ਸੰਸਾਰ ਨੂੰ ਇੱਕ ਵੱਡੀ ਦੇਣ ਲੋਕਾਂ ਵਿੱਚ ਜਗਿਆਸਾ ਦੀ ਭਾਵਨਾ ਤੇ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨਾ ਸੀ। ਇਸ ਤੋਂ ਪਹਿਲਾਂ ਸਦੀਆਂ ਤੋਂ ਯੂਰਪ ਦੇ ਲੋਕਾਂ ਵਿੱਚ ਅੰਧ ਵਿਸ਼ਵਾਸ ਤੇ ਤਰ੍ਹਾਂ ਤਰ੍ਹਾਂ ਦੇ ਵਹਿਮ ਪ੍ਰਚਲਿਤ ਸਨ। ਉਹਨਾਂ ਦੀ ਪ੍ਰਵਿਰਤੀ ਹਰ ਇੱਕ ਪਰੰਪਰਾ, ਰੀਤੀ ਰਿਵਾਜ ਤੇ ਪ੍ਰਥਾ ਨੂੰ ਅੰਨ੍ਹੇਵਾਹ ਸਵੀਕਾਰ ਕਰਨ ਦੀ ਸੀ ਅਤੇ ਉਹਨਾਂ ਵਿੱਚ ਗਿਆਨ ਤੇ ਨਵੇਂ ਵਿਚਾਰ ਗ੍ਰਹਿਣ ਕਰਨ ਦੀ ਕੋਈ ਇੱਛਾ ਨਹੀਂ ਸੀ। ਪਰ ਪੁਨਰ ਜਾਗਰਣ ਨੇ ਲੋਕਾਂ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਲੈ ਆਂਦਾ। ਉਹਨਾਂ ਨੇ ਅੰਧ ਵਿਸ਼ਵਾਸਾਂ, ਵਹਿਮਾਂ ਤੇ ਵਿਅਰਥ ਪ੍ਰਥਾਵਾਂ ਨੂੰ ਤਿਆਗ ਦਿੱਤਾ। ਉਹ ਹੁਣ ਹਰ ਇੱਕ ਪਰੰਪਰਾਗਤ ਸੰਸਥਾ ਨੂੰ ਵਿਚਾਰ, ਤਰਕ ਦੀ ਕਸੌਟੀ ਉੱਤੇ ਪਰਖਣ ਲੱਗੇ। ਲੋਕਾਂ ਵਿੱਚ ਹੁਣ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਤੇ ਨਵੇਂ ਵਿਚਾਰ ਅਪਣਾਉਣ ਦੀ ਇੱਛਾ ਪੈਦਾ ਹੋ ਗਈ। ਸਿੱਟੇ ਦੇ ਵਜੋਂ ਕੀ ਹੋਇਆ? ਨਵੀਆਂ ਖੋਜਾਂ ਹੋਈਆਂ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਦਾ ਰੁੱਖ ਪੂਰਨ ਤੌਰ 'ਤੇ ਬਦਲ ਕੇ ਰੱਖ ਦਿੱਤਾ। ਅਗਲਾ ਹੈ ਮਾਨਵਵਾਦ ਦੀ ਭਾਵਨਾ। ਇਸ ਕਾਲ ਦੇ ਬਹੁਤ ਸਾਰੇ ਵਿਦਵਾਨਾਂ ਤੇ ਸਾਹਿਤਕਾਰਾਂ ਨੇ ਭਵਿੱਖ ਦੀ ਥਾਂ ਵਰਤਮਾਨ ਨੂੰ ਵਧੇਰੇ ਮਹੱਤਵ ਦਿੰਦੇ ਹੋਏ ਮਨੁੱਖੀ ਜੀਵਨ ਦੇ ਕਲਿਆਣ ਤੇ ਸੁੱਖ ਉੱਤੇ ਜ਼ੋਰ ਦਿੱਤਾ ਸੀ। ਉਹਨਾਂ ਨੂੰ ਮਨੁੱਖ ਦੀ ਸ਼ਕਤੀ ਉੱਤੇ ਅਟੱਲ ਵਿਸ਼ਵਾਸ ਸੀ ਅਤੇ ਉਹ ਇਨਸਾਨ ਉੱਤੇ ਧਰਮ ਰਾਹੀਂ ਲਗਾਏ ਗਏ ਨਜਾਇਜ਼ ਬੰਧਨਾਂ ਨੂੰ ਖਤਮ ਕਰਕੇ ਮਨੁੱਖ ਦੀ ਵਿਅਕਤੀਗਤ ਸੁਤੰਤਰਤਾ ਦੇ ਸਮਰਥਕ ਸਨ। ਇਸ ਲਈ ਉਹ ਧਰਮ ਸ਼ਾਸਤਰ ਦੇ ਅਧਿਐਨ ਦੀ ਥਾਂ ਮਾਨਵਤਾ ਦੇ ਅਧਿਐਨ ਦੇ ਉੱਤੇ ਜ਼ੋਰ ਦਿੰਦੇ ਸਨ, ਜਿਸ ਨਾਲ ਮਨੁੱਖੀ ਸਮਾਜ ਦੀ ਭਲਾਈ ਹੋ ਸਕੇ। ਇਹਨਾਂ ਦੇ ਵਿੱਚੋਂ ਜਿਵੇਂ ਪੈਟਰਾਰਕ, ਦਾਂਤੇ, ਇਰਾਸਮਸ ਪੁਨਰ ਜਾਗਰਣ ਕਾਲ ਦੇ ਪ੍ਰਸਿੱਧ ਮਾਨਵਤਾਵਾਦੀ ਸਨ, ਜੋ ਸੁਖੀ, ਖੁਸ਼ਹਾਲ ਤੇ ਆਨੰਦਪੂਰਨ ਵਰਤਮਾਨ ਜੀਵਨ ਨੂੰ ਗਰੀਬੀ, ਤਿਆਗ ਉੱਤੇ ਆਧਾਰਿਤ ਅਨਿਸ਼ਚਿਤ ਭਵਿੱਖ ਦੇ ਜੀਵਨ ਤੋਂ ਤਰਜੀਹ ਦਿੰਦੇ ਸਨ। ਤੀਸਰਾ, ਇਸਤਰੀਆਂ ਦੀ ਸਥਿਤੀ ਵਿੱਚ ਸੁਧਾਰ।
ਮੱਧ ਕਾਲ ਵਿੱਚ ਇਸਤਰੀਆਂ ਨੂੰ ਸਮਾਜ ਵਿੱਚ ਸਨਮਾਨਪੂਰਨ ਸਥਾਨ ਪ੍ਰਾਪਤ ਨਹੀਂ ਸੀ ਅਤੇ ਉਹਨਾਂ ਨੂੰ ਆਮ ਤੌਰ 'ਤੇ ਆਦਮੀਆਂ ਨਾਲੋਂ ਘਟੀਆ ਸਮਝਿਆ ਜਾਂਦਾ ਸੀ। ਪੁਨਰ ਜਾਗਰਣ ਦੇ ਸਿੱਟੇ ਵਜੋਂ ਇਸਤਰੀਆਂ ਵਿੱਚ ਜਾਗਰਤੀ ਆ ਗਈ। ਸਿੱਖਿਆ ਪ੍ਰਾਪਤ ਕਰਨ, ਸਾਹਿਤ ਦਾ ਅਧਿਐਨ ਕਰਨ ਨਾਲ ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਹੁਣ ਉਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਵਿੱਚ ਵਧੇਰੇ ਹਿੱਸਾ ਲੈਣ ਲੱਗੀਆਂ। ਇਸ ਕਾਲ ਦੀਆਂ ਕੁਝ ਇਸਤਰੀਆਂ ਉੱਚ ਕੋਟੀ ਦੀਆਂ ਵਿਦਵਾਨ ਅਤੇ ਕਵਿੱਤਰੀਆਂ ਸਨ। ਇਸ ਕਾਲ ਦੀਆਂ ਇਸਤਰੀਆਂ ਦੇ ਪਹਿਰਾਵੇ, ਰੂਪ ਸੱਜਾ ਅਤੇ ਸ਼ਿਸ਼ਟਾਚਾਰ ਵਿੱਚ ਮਹੱਤਵਪੂਰਨ ਤਬਦੀਲੀ ਆ ਗਈ ਸੀ। ਨਾਰੀ ਸੁੰਦਰਤਾ ਦਾ ਪ੍ਰਦਰਸ਼ਨ ਇਸ ਕਾਲ ਦੇ ਕਾਫੀ ਸਾਹਿਤਕਾਰਾਂ ਦੀਆਂ ਰਚਨਾਵਾਂ ਅਤੇ ਕਲਾਕਾਰਾਂ ਦੀਆਂ ਕਿਰਤੀਆਂ ਦਾ ਇੱਕ ਮੁੱਖ ਵਿਸ਼ਾ ਬਣ ਗਿਆ ਸੀ। ਚੌਥਾ ਹੈ ਆਚਾਰ ਵਿਹਾਰ ਅਤੇ ਸ਼ਿਸ਼ਟਾਚਾਰ ਦੇ ਨਿਯਮ। ਪੁਨਰ ਜਾਗਰਣ ਕਾਲ ਵਿੱਚ ਚੰਗੇ ਆਚਾਰ ਵਿਹਾਰ ਦੇ ਨਿਯਮਾਂ ਦਾ ਵਿਕਾਸ ਹੋਇਆ। 15ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਇਟਲੀ ਵਿੱਚ ਮੇਜ਼ ਦੇ ਦੁਆਲੇ ਬੈਠ ਕੇ ਭੋਜਨ ਕਰਨ ਦੇ ਨਵੇਂ ਸਲੀਕੇ ਪ੍ਰਚਲਿਤ ਹੋਏ। ਹੱਥਾਂ ਨਾਲ ਖਾਣਾ ਖਾਣ ਦੀ ਥਾਂ ਚਾਕੂ, ਕਾਂਟਿਆਂ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਣ ਲੱਗੀ, ਜੋ ਆਮ ਤੌਰ 'ਤੇ ਪਿੱਤਲ ਅਤੇ ਕਈ ਚਾਂਦੀ ਦੇ ਹੁੰਦੇ ਸਨ। ਭੋਜਨ ਨੂੰ ਟੇਸਟੀ ਬਣਾਉਣ ਲਈ ਪੂਰਬ ਤੋਂ ਮੰਗਵਾਏ ਗਏ ਗਰਮ ਮਸਾਲਿਆਂ ਦੀ ਵਰਤੋਂ ਕੀਤੀ ਜਾਣ ਲੱਗੀ। ਪੁਨਰ ਜਾਗਰਣ ਕਾਲ ਵਿੱਚ ਗੱਲਬਾਤ ਕਰਨ ਸੰਬੰਧੀ ਸ਼ਿਸ਼ਟਾਚਾਰ ਦਾ ਵੀ ਵਿਕਾਸ ਹੋਇਆ। ਸ਼ਿਸ਼ਟਾਚਾਰ ਦੇ ਅਜਿਹੇ ਨਿਯਮ ਪ੍ਰਾਚੀਨ ਕਾਲ ਵਿੱਚ ਰੋਮ ਅਤੇ ਯੂਨਾਨ ਵਿੱਚ ਪ੍ਰਚਲਿਤ ਰਹੇ ਸਨ ਅਤੇ ਹੁਣ ਯੂਰਪੀ ਦੇਸ਼ਾਂ ਵਿੱਚ ਇਹਨਾਂ ਨਿਯਮਾਂ ਨੂੰ ਵਿਕਸਿਤ ਰੂਪ ਵਿੱਚ ਅਪਣਾਇਆ ਗਿਆ। ਇਸ ਤਰ੍ਹਾਂ ਸਮਾਜ ਵਿੱਚ ਨਿਮਰਤਾ, ਸੁਸ਼ੀਲਤਾ, ਸ਼ਿਸ਼ਟਤਾ ਅਤੇ ਸਿਆਣਪ ਨਾਲ ਗੱਲਬਾਤ ਕਰਨ ਦੀ ਕਲਾ ਪ੍ਰਚਲਿਤ ਹੋ ਗਈ, ਜੋ ਆਧੁਨਿਕ ਸੱਭਿਅਤਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਨੈਤਿਕਤਾ ਦਾ ਪਤਨ। ਪੁਨਰ ਜਾਗਰਣ ਦਾ ਸਮਾਜ ਉੱਤੇ ਇੱਕ ਭੈੜਾ ਪ੍ਰਭਾਵ ਇਹ ਪਿਆ ਕਿ ਲੋਕ ਨੈਤਿਕਤਾ ਦੇ ਪ੍ਰਤੀ ਬੇਪਰਵਾਹ ਹੋ ਗਏ। ਇਸ ਤੋਂ ਪਹਿਲਾਂ ਲੋਕ ਆਮ ਤੌਰ 'ਤੇ ਧਾਰਮਿਕ ਵਿਚਾਰਾਂ ਦੇ ਹੁੰਦੇ ਸਨ ਅਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨਾ ਧਾਰਮਿਕ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਸਮਝਦੇ ਸਨ। ਪੁਨਰ ਜਾਗਰਣ ਨੇ ਲੋਕਾਂ ਨੂੰ ਭੌਤਿਕਵਾਦੀ ਬਣਾ ਦਿੱਤਾ। ਉਹਨਾਂ ਵਿੱਚ ਧਨ ਇਕੱਠਾ ਕਰਨ ਅਤੇ ਐਸ਼ ਇਸ਼ਰਤ ਦਾ ਜੀਵਨ ਬਤੀਤ ਕਰਨ ਦੀ ਲਾਲਸਾ ਪੈਦਾ ਹੋ ਗਈ। ਲੋਕ, ਖਾਸ ਕਰਕੇ ਵਪਾਰੀ ਅਤੇ ਦੁਕਾਨਦਾਰ, ਜਾਇਜ਼ ਅਤੇ ਨਜਾਇਜ਼ ਢੰਗਾਂ ਦੇ ਨਾਲ ਪੈਸਾ ਕਮਾਉਣ ਦੇ ਯਤਨ ਕਰਨ ਲੱਗੇ। ਅਜਿਹਾ ਕਰਨ ਵਿੱਚ ਉਹ ਦੂਜਿਆਂ ਨੂੰ ਧੋਖਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਸਰਕਾਰੀ ਕਰਮਚਾਰੀਆਂ ਵਿੱਚ ਵੀ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ। ਇਸ ਕਾਲ ਦਾ ਪ੍ਰਸਿੱਧ ਵਿਦਵਾਨ ਮੈਕਿਆਵਲੀ ਆਪਣੀ ਪੁਸਤਕ ਪ੍ਰਿੰਸ ਵਿੱਚ ਰਾਜਿਆਂ ਵੱਲੋਂ ਆਪਣੀ ਸ਼ਕਤੀ ਵਧਾਉਣ ਲਈ ਨਜਾਇਜ਼ ਢੰਗਾਂ ਦੀ ਵਰਤੋਂ ਕੀਤੇ ਜਾਣ ਨੂੰ ਵੀ ਉਚਿਤ ਸਮਝਦਾ ਹੈ। ਇਸ ਕਾਲ ਦੇ ਰਾਜੇ ਇਲਾਕੇ ਜਿੱਤਣ ਅਤੇ ਧਨ ਇਕੱਠਾ ਕਰਨ ਲਈ ਆਪਣੇ ਸਾਥੀਆਂ ਨੂੰ ਅਕਸਰ ਧੋਖਾ ਦਿੰਦੇ ਸਨ ਅਤੇ ਹੋਰ ਅਨੈਤਿਕ ਚਾਲਾਂ ਦੀ ਵਰਤੋਂ ਕਰਦੇ ਸਨ। ਇਸ ਕਾਲ ਦੇ ਕਲਾਕਾਰ ਅਤੇ ਸਧਾਰਨ ਲੋਕ ਵੀ ਧਨ ਦੀ ਲਾਲਸਾ ਪੂਰੀ ਕਰਨ ਲਈ ਝੂਠ ਬੋਲਦੇ ਇੱਕ ਦੂਜੇ ਨੂੰ ਧੋਖਾ ਦਿੰਦੇ ਸਨ। ਇਸ ਕਾਲ ਵਿੱਚ ਚੋਰੀਆਂ, ਡਾਕੇ ਅਤੇ ਕਤਲ ਬਹੁਤ ਵੱਧ ਗਏ ਸਨ ਅਤੇ ਵੱਖ-ਵੱਖ ਯੂਰਪੀ ਦੇਸ਼ਾਂ ਵਿੱਚ ਦੰਗੇ ਫਸਾਦ ਹੋਣ ਦੇ ਵੀ ਪ੍ਰਮਾਣ ਮਿਲਦੇ ਹਨ। ਚਰਚ ਦੀ ਮਹੱਤਤਾ ਦਾ ਘਟਣਾ। ਇਸ ਕਾਲ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ
ਅਤੇ ਸਾਇੰਸ ਦੀਆਂ ਨਵੀਆਂ ਇਜਾਦਾਂ ਨੇ ਲੋਕਾਂ ਵਿੱਚ ਤਰਕਸ਼ੀਲਤਾ ਦੀ ਭਾਵਨਾ ਪੈਦਾ ਕਰ ਦਿੱਤੀ। ਲੋਕਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਉਹ ਹੁਣ ਚਰਚ ਰਾਹੀਂ ਪ੍ਰਚਲਿਤ ਕੀਤੇ ਗਏ ਖੋਖਲੇ ਰੀਤੀ ਰਿਵਾਜਾਂ, ਅੰਧ ਵਿਸ਼ਵਾਸਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਲੋਕਾਂ ਨੇ ਹਰ ਚੀਜ਼ ਨੂੰ ਤਰਕ ਦੀ ਕਸੌਟੀ ਉੱਤੇ ਪਰਖਣਾ ਆਰੰਭ ਕਰ ਦਿੱਤਾ। ਸਿੱਟੇ ਵਜੋਂ ਲੋਕਾਂ ਨੂੰ ਚਰਚ ਦੀਆਂ ਬੁਰਾਈਆਂ ਅਤੇ ਵਿਅਰਥ ਪ੍ਰਥਾਵਾਂ ਦਾ ਗਿਆਨ ਹੋ ਗਿਆ, ਜਿਸ ਨਾਲ ਸਮਾਜ ਵਿੱਚ ਚਰਚ ਦਾ ਮਹੱਤਵ ਘਟਣ ਲੱਗਾ। ਧਰਮ ਸੁਧਾਰ ਅੰਦੋਲਨ ਨੂੰ ਉਤਸ਼ਾਹ। ਪੁਨਰ ਜਾਗਰਣ ਨੇ 16ਵੀਂ ਸਦੀ ਦੇ ਮਹੱਤਵਪੂਰਨ ਧਰਮ ਸੁਧਾਰ ਅੰਦੋਲਨ ਨੂੰ ਜਨਮ ਦਿੱਤਾ। ਇਸ ਨੇ ਲੋਕਾਂ ਵਿੱਚ ਅੰਧ ਵਿਸ਼ਵਾਸਾਂ ਨੂੰ ਖਤਮ ਕਰਕੇ ਉਹਨਾਂ ਨੂੰ ਸ਼ੰਕਾਵਾਦੀ ਬਣਾ ਦਿੱਤਾ। ਇਸ ਕਾਲ ਦੇ ਵਿਦਵਾਨਾਂ ਤੇ ਮਾਨਵਵਾਦੀਆਂ ਨੇ ਚਰਚ ਵਿੱਚ ਪ੍ਰਚਲਿਤ ਬੁਰਾਈਆਂ ਦੀ ਨਿਖੇਧੀ ਕੀਤੀ। ਉਹਨਾਂ ਨੇ ਈਸਾਈ ਧਰਮ ਦੇ ਕਈ ਪ੍ਰਚਲਿਤ ਨਿਯਮਾਂ ਅਤੇ ਰੀਤੀ ਰਿਵਾਜਾਂ ਨੂੰ ਗਲਤ ਦੱਸਿਆ ਅਤੇ ਪੋਪ ਤੇ ਪਾਦਰੀਆਂ ਦੇ ਭ੍ਰਿਸ਼ਟਾਚਾਰੀ ਜੀਵਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਅਜਿਹੀਆਂ ਪ੍ਰਸਥਿਤੀਆਂ ਵਿੱਚ ਕਈ ਯੂਰਪੀ ਦੇਸ਼ਾਂ ਵਿੱਚ ਲੋਕਾਂ ਦਾ ਪੋਪ ਅਤੇ ਉਸ ਦੇ ਸਮਰਥਕ ਪਾਦਰੀਆਂ ਉੱਤੋਂ ਈਸਾਈ ਧਰਮ ਦੇ ਸੱਚੇ ਰੱਖਿਅਕਾਂ ਵਜੋਂ ਵਿਸ਼ਵਾਸ ਉੱਠ ਗਿਆ। ਜਰਮਨੀ, ਇੰਗਲੈਂਡ ਤੇ ਸਵਿਟਜ਼ਰਲੈਂਡ ਦੇ ਵਿਦਵਾਨਾਂ ਨੇ ਖੁੱਲ੍ਹੇ ਤੌਰ 'ਤੇ ਈਸਾਈ ਧਰਮ ਦੇ ਇਹਨਾਂ ਰੱਖਿਅਕਾਂ ਦੀ ਸ਼ਕਤੀ ਵਿਰੁੱਧ ਵਿਦਰੋਹ ਕਰ ਦਿੱਤਾ, ਜਿਸ ਨੇ ਪ੍ਰੋਟੈਸਟੈਂਟ ਧਰਮ ਸੁਧਾਰ ਅੰਦੋਲਨ ਦਾ ਰੂਪ ਧਾਰਨ ਕਰ ਲਿਆ। ਇਹ ਸੀ ਸਾਡੇ ਪੁਨਰ ਜਾਗਰਣ ਦੇ ਪ੍ਰਭਾਵ ਸਮਾਜਿਕ ਅਤੇ ਧਾਰਮਿਕ ਜੀਵਨ ਨਾਲ ਸੰਬੰਧਿਤ। ਧੰਨਵਾਦ।